ਤੁਹਾਡੇ ਅਨੰਤ ਜਨਮਾਂ ਤੋਂ ਕੀਤੇ ਹੋਏ ਪਾਪ ਹਨ। ਇਹਨਾਂ ਦਾ ਜੇਕਰ ਇੱਕ ਇੱਕ ਪਾਪ ਦਾ ਹਿਸਾਬ ਕਰਨਾ ਹੋਵੇ, ਜੇਕਰ ਪਰਮਾਤਮਾ ਕੋਈ ਦੁਕਾਨਦਾਰ ਹੋਵੇ ਜਾਂ ਕੋਈ ਅਦਾਲਤ ਦਾ ਜੱਜ ਹੋਵੇ, ਜੇਕਰ ਇਹਨਾਂ ਦੇ ਇੱਕ ਇੱਕ ਪਾਪ ਦਾ ਹਿਸਾਬ ਕਰਨਾ ਹੋਵੇ ਤਾਂ ਇਹ ਹਿਸਾਬ ਕਦੇ ਪੂਰਾ ਨਹੀਂ ਹੋਏਗਾ। ਇਸ ਵਿਚਾਲੇ ਤੁਹਾਡੇ ਤੋਂ ਆਸ ਹੈ ਕਿ ਤੁਸੀਂ ਪੁੰਨ ਹੀ ਪੁੰਨ ਕਰੋ ਤਾਂ ਛੁਟਕਾਰਾ ਹੋਵੇਗਾ। ਗਿਆਨੀਆਂ ਨੇ ਕੁਝ ਹੋਰ ਹੀ ਗੱਲ ਕਹੀ ਹੈ। ਗਿਆਨੀ ਕਿਸੇ ਦੂਜੇ ਹਿਸਾਬ ਨਾਲ ਚੱਲਦੇ ਨੇ। ਉਹ ਕਹਿੰਦੇ ਨੇ ਪਾਪ ਦਾ ਕੋਈ ਸਵਾਲ ਹੀ ਨਹੀਂ ਹੈ, ਪਾਪ ਦੀ ਜੜ ਦਾ ਸਵਾਲ ਹੈ। ਇੱਕ ਰੁੱਖ ਸਾਹਮਣੇ ਖਲੋਤਾ ਹੈ, ਤੁਸੀਂ 50 ਸਾਲਾਂ ਤੋਂ ਇਸ ਰੁੱਖ ਨੂੰ ਪਾਣੀ ਦਿੱਤਾ ਹੈ। ਕੀ ਤੁਸੀਂ ਸੋਚਦੇ ਹੋ 50 ਸਾਲ ਲੱਗਣਗੇ ਮੁੜ ਪਾਣੀ ਕੱਢਣ 'ਚ? ਤਦ ਇਹ ਰੁੱਖ ਮਰੇਗਾ। ਜੜ ਨੂੰ ਅੱਜ ਵੱਢ ਦਿਓ, ਇਹ ਅੱਜ ਹੀ ਮਰਨਾ ਸ਼ੁਰੂ ਹੋ ਜਾਏਗਾ। ਇੱਕ ਇੱਕ ਪੱਤਾ ਤੋੜਨ 'ਚ ਸ਼ਾਇਦ 50 ਸਾਲ ਲੱਗਣ, ਫਿਰ ਵੀ ਇਹ ਰੁੱਖ ਟੁੱਟੇ ਨਾ, ਕਿਉਂਕਿ ਪੁਰਾਣੇ ਪੱਤੇ ਟੁੱਟਣਗੇ, ਨਵੇਂ ਆ ਜਾਣਗੇ। ਹੁਣ ਤਾਂ ਰੁੱਖ ਇੰਨਾ ਵੱਡਾ ਹੋ ਗਿਆ ਕਿ ਤੁਹਾਨੂੰ ਪਾਣੀ ਦੇਣ ਦੀ ਵੀ ਲੋੜ ਨਹੀਂ। ਹੁਣ ਉਹ ਧਰਤੀ ਤੋਂ ਆਪਣੇ ਆਪ ਹੀ ਪਾਣੀ ਲੈ ਲੈਂਦਾ। ਜੇਕਰ ਇੱਕ ਇੱਕ ਪੱਤਾ ਤੋੜੋਗੇ ਤਾਂ ਕਦੇ ਵੀ ਰੁੱਖ ਟੁੱਟਣ ਵਾਲਾ ਨਹੀਂ। ਸੱਚ ਤਾਂ ਇਹ ਹੈ ਕਿ ਪੱਤਾ ਤੁਸੀਂ ਇੱਕ ਤੋੜੋਗੇ ਤਾਂ 2 ਨਵੇਂ ਆ ਜਾਣਗੇ। ਉਹੀ ਤਾਂ ਸਾਰੀ ਕਲਾ ਹੈ, ਇੱਧਰ ਵੱਢੋ ਉੱਧਰ ਨਵਾਂ ਆ ਜਾਂਦਾ। ਜੇਕਰ ਤੁਸੀਂ ਪਾਪ ਕੱਟੋਗੇ ਤਾਂ ਨਵਾਂ ਪਾਪ ਆ ਜਾਏਗਾ। ਜੜ ਫੜੋ। ਜੜ ਕੀ ਹੈ? ਕਰਮ ਪੱਤੇ ਹਨ, ਕਰਤਾ ਦਾ ਭਾਵ ਜੜ ਹੈ। ਜੇਕਰ ਤੁਸੀਂ ਕਰਤਾ ਭਾਵ ਨੂੰ ਕੱਟ ਦਿਓ, ਇਸੇ ਵੇਲੇ ਰੁੱਖ ਸੁੱਕ ਜਾਏਗਾ। ਸਾਰਾ ਸਰੋਤ ਤੁਹਾਡੇ ਕਰਤਾ ਭਾਵ ਨਾਲ ਆ ਰਿਹਾ। ਇਹੀ ਭਾਵ ਤੁਹਾਡੇ ਅੰਦਰ ਬਣ ਜਾਏ ਕਿ ਮੈਂ ਕੀ ਕਰ ਰਿਹਾ। ਕਰਤਾ ਭਾਵ ਨੂੰ ਤੋੜਨ ਦੀ ਕਲਾ ਸਾਕਸ਼ੀ ਹੈ। ਇਸ ਲਈ ਨਾਨਕ ਅਜਿਹੀ ਅਨੂਠੀ ਮਹਿਮਾ ਗਾ ਰਹੇ ਨੇ। ਉਹ ਕਹਿ ਰਹੇ ਨੇ ਤੁਸੀਂ ਚੁੱਪ ਹੋ ਕੇ ਸੁਣ ਲਓ, ਕਿਉਂਕਿ ਸੁਣਨ ਦੀ ਘੜੀ 'ਚ ਤੁਸੀਂ ਕਰਤਾ ਨਹੀਂ ਰਹੋਗੇ। ਸੁਣਨ 'ਚ ਤੁਹਾਨੂੰ ਕੁਝ ਵੀ ਨਹੀਂ ਕਰਨਾ ਪੈਂਦਾ, ਤੁਸੀਂ ਸਿਰਫ ਬੈਠੇ ਰਹੋ। ਸੁਣਨਾ ਕੋਈ ਕੰਮ ਥੋੜ੍ਹੀ ਹੈ, ਤੁਹਾਨੂੰ ਕੁਝ ਕਰਨਾ ਥੋੜ੍ਹੀ ਪੈਂਦਾ ਹੈ। ਬੜੇ ਮਜ਼ੇ ਦੀ ਗੱਲ ਹੈ। ਜੇਕਰ ਵੇਖਣਾ ਹੋਵੇ ਤਾਂ ਘੱਟੋ ਘੱਟ ਇੱਕ ਅੱਖ ਖੁੱਲ੍ਹੀ ਹੋਣੀ ਚਾਹੀਦੀ ਹੈ। ਕੰਨ ਤਾਂ ਤੁਹਾਡੇ ਖੁੱਲ੍ਹੇ ਹੋਏ ਨੇ। ਵੇਖਣਾ ਹੋਵੇ ਤਾਂ ਘੱਟੋ ਘੱਟ ਇੱਕ ਅੱਖ ਖੋਲ੍ਹਣ ਦਾ ਕੰਮ ਤੁਹਾਨੂੰ ਕਰਨਾ ਪੈਂਦਾ। ਸੁਣਨ ਲਈ ਕੋਈ ਕੰਮ ਨਹੀਂ ਕਰਨਾ ਪੈਂਦਾ, ਕੋਈ ਕਿਰਿਆ ਨਹੀਂ ਕਰਨੀ ਪੈਂਦੀ। ਇਸ ਲਈ ਵੇਖਣ 'ਚ ਥੋੜ੍ਹਾ ਜਿਹਾ ਕਰਤਾ ਭਾਵ ਆ ਜਾਂਦਾ। ਸੁਣਨ 'ਚ ਕਰਤਾ ਦਾ ਭਾਵ ਆਉਂਦਾ ਹੀ ਨਹੀਂ, ਕੋਈ ਉਪਾਅ ਹੀ ਨਹੀਂ ਹੈ। ਕੋਈ ਦੂਜਾ ਬੋਲ ਰਿਹਾ, ਤੁਸੀਂ ਕੇਵਲ ਬੈਠੇ ਰਹੋ। ਤੁਸੀਂ ਬਿਲਕੁਲ ਨਿਸ਼ਕਿਰਿਆ ਹੋ, ਤੁਸੀਂ ਧੀਰਜਵਾਨ ਹੋ, ਤੁਸੀਂ ਅਕਿਰਿਆ ਹੋ। ਇਸ ਲਈ ਵੇਖਣ ਨਾਲ ਉਹ ਮਹਿਮਾ ਪ੍ਰਾਪਤ ਨਹੀਂ ਹੁੰਦੀ ਜਿਹੜੀ ਸੁਣਨ ਨਾਲ ਪ੍ਰਾਪਤ ਹੁੰਦੀ ਹੈ। ਇਸ ਲਈ ਸ਼ਰਵਣ 'ਚ ਗੁਰੂ ਸਾਹਿਬ ਇੰਨਾ ਜ਼ੋਰ ਦਿੰਦੇ ਨੇ। ਮਹਾਵੀਰ ਕਹਿੰਦੇ ਹਨ ਸ਼ਰਵਣ, ਸਮਝਕ ਸ਼ਰਵਣ। ਬੁੱਧ ਕਹਿੰਦੇ ਹਨ ਸਮਝਕ ਸ਼ਰਵਣ। ਨਾਨਕ ਅਦਭੁਤ ਮਹਿਮਾ ਦਾ ਵਰਣਨ ਕਰ ਰਹੇ ਨੇ। ਸੁਣ ਲਓ, ਉੱਥੇ ਕੋਈ ਕਰਤਾ ਨਹੀਂ, ਉੱਥੇ ਸੁਣਨ ਦੀ ਘੜੀ 'ਚ ਕੋਈ ਨਹੀਂ ਹੈ। ਜੇਕਰ ਤੁਸੀਂ ਚੁੱਪ ਹੋ ਤਾਂ ਅੰਦਰ ਕੌਣ ਹੈ? ਸੁਣਨ ਦੇ ਪਲ 'ਚ ਸਨਾਟਾ ਹੈ। ਇੱਕ ਆਵਾਜ਼ ਗੂੰਜਦੀ ਹੈ, ਲੰਘ ਜਾਂਦੀ ਹੈ, ਅੰਦਰ ਕੋਈ ਨਹੀਂ ਆਉਂਦਾ। ਵਿਚਾਰ ਆਇਆ ਕਿ ਤੁਸੀਂ ਆ ਗਏ। ਜਦ ਵਿਚਾਰ ਨਹੀਂ ਹੁੰਦਾ, ਤੁਸੀਂ ਵੀ ਨਹੀਂ ਹੁੰਦੇ। ਹੰਕਾਰ ਵਿਚਾਰਾਂ ਦੇ ਜੋੜ ਦਾ ਨਾਂ ਹੈ। ਸ਼ਰਵਣ ਅਰਥਾਤ ਨਿਰਹੰਕਾਰ ਦਿਸ਼ਾ। ਕਹਿੰਦੇ ਹਨ ਨਾਨਕ ਸ਼ਰਵਣ ਨਾਲ ਹੀ ਯੋਗ ਦੀ ਤਰਕੀਬ ਅਤੇ ਸਰੀਰ ਦੇ ਭੇਦ ਦਾ ਗਿਆਨ ਹੁੰਦਾ ਹੈ। ਇਹ ਬਹੁਤ ਮਹੱਤਵਪੂਰਨ ਸੂਤਰ ਹੈ। ਪੱਛਮ 'ਚ ਸਰੀਰ ਸ਼ਾਸਤਰੀਆਂ ਨੂੰ ਬੜੀ ਬੁਝਾਰਤ ਰਹੀ ਹੈ ਕਿ ਪੂਰਬ ਦੇ ਰਿਸ਼ੀ ਮੁਨੀਆਂ ਨੇ ਰੇ ਦੇ ਰਹੱਸ ਭੇਦ ਕਿਵੇਂ ਜਾਣੇ,
क्योंकि पूरब ਵਿੱਚ ਲਾਸ਼ ਤਾਂ ਬਚਾਈ नहीं ਜਾਂਦੀ, ਪੱਛਮ ਵਿੱਚ ਸਰਜਰੀ ਵਿਕਸਿਤ ਹੋ ਸਕਦੀ ਹੈ। ਦੇਹ ਦਾ ਗਿਆਨ ਹੋ ਸਕਿਆ ਕਿਉਂਕਿ ਈਸਾਈਅਤ ਮੁਰਦੇ ਨੂੰ ਬਚਾਉਂਦੇ ਨੇ, ਹਿੰਦੂ ਤਾਂ ਜਲਾਉਂਦੇ ਨੇ। ਸੋ ਇੱਥੇ ਤਾਂ ਮਰਿਆ ਹੋਇਆ ਆਦਮੀ ਚੀਰ ਫਾੜ ਕਰਨ ਲਈ ਅਸੰਭਵ ਸੀ, ਸੁਆਹ ਬਚਦੀ ਸੀ। ਉਸ 'ਚੋਂ ਕੀ ਲੱਭੋਗੇ? ਇੱਧਰ ਆਦਮੀ ਮਰਿਆ, ਅਸੀਂ ਸਾੜਿਆ। ਹਿੰਦੂ ਮਰੇ ਹੋਏ ਆਦਮੀ ਨੂੰ ਜਲਾਉਂਦੇ ਰਹੇ, ਬਚਾਇਆ ਨਹੀਂ। ਪੱਛਮ 'ਚ ਸੰਭਵ ਹੋ ਸਕਿਆ, ਕਬਰਾਂ ਵਿੱਚੋਂ ਲਾਸ਼ਾਂ ਕੱਢੀਆਂ, ਉਹਨਾਂ ਦੀ ਜਾਂਚ ਪੜਤਾਲ ਕਰ ਲਈ ਗਈ। ਉਸ ਨਾਲ ਆਦਮੀ ਦੇ ਸਰੀਰ ਦਾ ਗਿਆਨ ਹੋਇਆ। ਪੂਰਬ ਵਿੱਚ ਕਿਵੇਂ ਹੋਇਆ? ਫਿਰ ਪੱਛਮ ਵਿੱਚ ਵੀ ਗਿਆਨ ਹੁਣੇ ਹੋ ਸਕਿਆ, ਉਹ ਵੀ ਅਜੇ ਪੂਰਾ ਨਹੀਂ ਹੋਇਆ। ਜਦ ਕਿ ਇੰਨੇ ਵਿਗਿਆਨਿਕ ਸਾਧਨ ਪ੍ਰਾਪਤ ਹਨ ਜਿਨ੍ਹਾਂ ਨਾਲ ਦੇਹ ਦੀ ਰੱਤੀ ਰੱਤੀ ਜਾਂਚ ਹੋ ਸਕਦੀ ਹੈ। ਪਰ ਪੂਰਬ ਵਿੱਚ ਕਿਵੇਂ ਗਿਆਨ ਹੋਇਆ? ਗਿਆਨ ਕਰੀਬ ਕਰੀਬ ਠੀਕ ਹੋਇਆ, ਹਿਸਾਬ ਦੀ ਤਰ੍ਹਾਂ ਠੀਕ ਹੋਇਆ। ਨਾ ਸਾਧਨ ਸੀ, ਨਾ ਮੁਰਦਾ ਪ੍ਰਾਪਤ ਸੀ, ਨਾ ਵਿਗਿਆਨਿਕ ਵਿਕਾਸ ਸੀ। ਵਿਗਿਆਨ ਨਹੀਂ ਸੀ। ਇਹ ਕਿਵੇਂ ਹੋਇਆ? ਇਸ 'ਤੇ ਬਹੁਤ ਵਿਚਾਰ ਹੁੰਦਾ ਹੈ। ਨਾਨਕ ਦੇ ਇਸ ਸੂਤਰ ਵਿੱਚ ਉਸ ਵਿਚਾਰ ਦਾ ਜਵਾਬ ਹੈ। ਸ਼ਰਵਣ ਨਾਲੀ ਯੋਗ ਦੀ ਜੁਗਤੀ ਦੇਹ ਦੇ ਭੇਦ ਸਮਝਾਉਂਦੇ ਨੇ। ਜਦ ਤੁਸੀਂ ਸ਼ੂਨਿਆ ਹੋ ਕੇ ਅੰਦਰ ਵਿਰਾਜਦੇ ਹੋ ਤਾਂ ਤੁਹਾਨੂੰ ਆਪਣੀ ਹੀ ਦੇਹ ਅੰਦਰੋਂ ਵਿਖਾਈ ਪੈਣ ਲੱਗਦੀ ਹੈ। ਅਜੇ ਤੁਸੀਂ ਆਪਣੇ ਸਰੀਰ ਨੂੰ ਬਾਹਰੋਂ ਹੀ ਵੇਖਿਆ ਹੈ, ਇਸੇ ਲਈ ਤੁਹਾਨੂੰ ਚਮੜੀ ਦਿਖਾਈ ਦਿੰਦੀ ਹੈ। ਪਰ ਜਦ ਤੁਸੀਂ ਆਪਣੇ ਸਰੀਰ ਨੂੰ ਅੰਦਰੋਂ ਵੇਖੋਗੇ ਤਾਂ ਨਾੜੀਆਂ ਦਾ ਬੜਾ ਵੱਡਾ ਜਾਲ ਦਿਖਾਈ ਦਿੰਦਾ ਹੈ। ਇੱਕ ਅਨੋਖਾ ਅਨੁਭਵ ਹੁੰਦਾ ਹੈ ਜਦ ਪਹਿਲੀ ਵਾਰ ਸਰੀਰ ਅੰਦਰੋਂ ਵਿਖਾਈ ਦਿੰਦਾ ਹੈ। ਤੁਸੀਂ ਤਾਂ ਅਜੇ ਇਹੋ ਜਿਹੇ ਹੋ ਜਿਵੇਂ ਆਪਣੇ ਹੀ ਮਕਾਨ ਨੂੰ ਚੌਹਾਂ ਪਾਸਿਆਂ ਤੋਂ ਵੇਖਿਆ ਹੋਵੇ, ਅੰਦਰ ਗਏ ਨਹੀਂ, ਬਾਰ-ਬਾਰ ਘੁੰਮ ਰਹੇ ਹੋ। ਤਾਂ ਮਕਾਨ ਦੇ ਬਾਹਰ ਤਾਂ ਪਲਸਤਰ ਵਿਖਾਈ ਦਿੰਦਾ ਹੈ। ਬਸ ਉਹੀ ਤੁਹਾਡਾ ਅਨੁਭਵ ਹੈ ਸਰੀਰ ਦੇ ਪ੍ਰਤੀ। ਜਦ ਤੁਸੀਂ ਅੰਦਰ ਜਾਓਗੇ, ਜਿਵੇਂ ਰਾਜ ਮਹਿਲ ਵਿੱਚ ਬੈਠੇ ਹੋਏ ਆਦਮੀ ਨੂੰ ਮਹਿਲ ਅੰਦਰੋਂ ਵਿਖਾਈ ਦਿੰਦਾ ਹੈ, ਅੰਦਰ ਦਾ ਸਾਜ ਸ਼ਿੰਗਾਰ, ਅੰਦਰ ਦੀ ਸਜਾਵਟ, ਉਵੇਂ ਹੀ ਤੁਸੀਂ ਜਦ ਸ਼ਾਂਤ ਹੋ ਕੇ ਆਪਣੇ ਅੰਦਰ ਬੈਠਦੇ ਹੋ, ਜਦ ਮਨ ਉਲਝਣ ਖੜੀ ਨਹੀਂ ਕਰਦਾ, ਕਿਉਂਕਿ ਮਨ ਸਦਾ ਬਾਹਰ ਲੈ ਜਾਂਦਾ ਹੈ। ਜਿਵੇਂ ਹੀ ਤੁਸੀਂ ਮਨ ਦੇ ਨਾਲ ਵੱਜੇ, ਤੁਸੀਂ ਬਾਹਰ ਗਏ। ਮਨ ਬਾਹਰ ਜਾਣ ਦਾ ਦਵਾਰ ਹੈ। ਸੋਚੋਗੇ ਕਿ ਜੋ ਵੀ ਸੋਚੋਗੇ ਬਾਹਰ ਹੋਏਗਾ। ਧਨ ਹੋਏਗਾ, ਇਸਤਰੀ ਹੋਏਗੀ, ਮਕਾਨ ਹੋਏਗਾ, ਕਾਰ ਹੋਏਗੀ, ਇੱਜ਼ਤ ਹੋਏਗੀ। ਜੋ ਵੀ ਸੋਚੋਗੇ ਬਾਹਰ ਹੋਏਗਾ। ਵਿਚਾਰ ਦੇ ਸਾਰੇ ਆਬਜੈਕਟ ਬਾਹਰ ਨੇ। ਤੁਸੀਂ ਸੋਚੋਗੇ ਕਿ ਬਾਹਰ ਦਾ ਹੀ ਸਾਰਾ ਕੁਝ ਸੋਚੋਗੇ। ਜਿਵੇਂ ਹੀ ਤੁਸੀਂ ਨਿਰਵਿਚਾਰ ਹੋਏ, ਬਾਹਰ ਜਾਣਾ ਬੰਦ ਹੋਇਆ, ਊਰਜਾ ਅੰਦਰ ਠਹਿਰ ਗਈ। ਤੁਹਾਡੇ ਆਪਣੇ ਸਿੰਘਾਸਨ 'ਤੇ ਤੁਸੀਂ ਬੈਠ ਗਏ। ਪਹਿਲੀ ਵਾਰ ਤੁਹਾਨੂੰ ਸਰੀਰ ਅੰਦਰੋਂ ਵਿਖਾਈ ਦੇਣਾ ਸ਼ੁਰੂ ਹੋਏਗਾ ਤਾਂ ਤੁਸੀਂ ਪਾਓਗੇ ਸਰੀਰ ਛੋਟਾ ਨਹੀਂ ਹੈ, ਛੋਟਾ ਵਿਖਾਈ ਦਿੰਦਾ ਹੈ। ਇਸ ਲਈ ਤਾਂ ਹਿੰਦੂ ਕਹਿੰਦੇ ਨੇ ਅੰਡ ਵਿੱਚ ਬ੍ਰਹਿਮੰਡ ਸਮਾਇਆ ਹੈ। ਇਸ ਛੋਟੇ ਸਰੀਰ ਵਿੱਚ ਬ੍ਰਹਿਮੰਡ ਲੁਕਿਆ ਹੋਇਆ ਹੈ। ਇਸ ਛੋਟੇ ਜਿਹੇ ਸਰੀਰ ਵਿੱਚ ਸਾਰੇ ਬ੍ਰਹਿਮੰਡ ਦੀ ਛੋਟੀ ਜਿਹੀ ਨਕਲ ਹੈ। ਜੋ ਕੁਝ ਸਾਰੇ ਜਗਤ ਵਿੱਚ ਹੈ, ਉਹ ਸਭ ਕੁਝ ਇਸ ਛੋਟੇ ਜਿਹੇ ਸਰੀਰ ਵਿੱਚ ਸਮਰਪਣ ਹੈ। ਇੱਕ ਮਾਡਲ, ਜਿਵੇਂ ਕੋਈ ਤਾਜ ਮਹਿਲ ਦਾ ਮਾਡਲ ਬਣਾਉਂਦਾ ਹੈ, ਸਾਰਾ ਕੁਝ ਤਾਜ ਮਹਿਲ ਵਰਗਾ ਪਰ ਛੋਟੀ ਮੂਰਤ। ਅਜਿਹਾ ਹੀ ਹਰ ਇੱਕ ਜੀਵਨ ਪੂਰੀ ਕੁਦਰਤ ਦੀ ਛੋਟੀ ਮੂਰਤ ਹੈ। ਨਾਨਕ ਕਹਿੰਦੇ ਨੇ ਜਿਹੜਾ ਚੁੱਪ ਹੋ ਗਿਆ, ਜਿਹੜਾ ਮੌਨ ਹੋ ਗਿਆ, ਜਿਹਨੇ ਸੁਣਨ ਦੀ ਕਲਾ ਸਿੱਖ ਲਈ, ਜਿਹੜਾ ਆਪਣੇ ਹੀ ਅੰਦਰ ਆਪਣੇ ਹੀ ਸਰੀਰ ਨੂੰ ਸੁਣਨ ਲੱਗ ਗਿਆ, ਉਸ ਨੂੰ ਸਰੀਰ ਦੇ ਭੇਦ, ਯੋਗ ਦੀ ਜੁਗਤੀ ਸਭ ਦੀ ਜਾਣਕਾਰੀ ਹੋ ਜਾਂਦੀ ਹੈ। ਪਤੰਜਲੀ ਨੇ ਜੋ ਵੀ ਯੋਗ ਸ਼ਾਸਤਰ ਵਿੱਚ ਲਿਖਿਆ ਹੈ, ਉਹ ਕਿਸੇ ਦੂਜੇ ਦੇ ਸਰੀਰ ਦੀ ਜਾਂਚ ਨਹੀਂ,
ਆਪਣੇ ਹੀ ਸਰੀਰ ਦਾ ਅਨੁਭਵ ਲਿਖਿਆ ਹੋਇਆ ਹੈ। ਉਹ ਵਚਨ ਅਜੇ ਵੀ 100% ਸਹੀ ਹਨ, ਕੋਈ ਫਰਕ ਨਹੀਂ ਪਿਆ। ਯੋਗ ਨੇ ਜਿੰਨੀਆਂ ਵਿਧੀਆਂ ਲੱਭੀਆਂ ਨੇ ਉਹ ਆਪਣੇ ਹੀ ਸਰੀਰ ਦੇ ਅਨੁਭਵ ਨਾਲ ਲੱਭੀਆਂ ਨੇ। ਜੇਕਰ ਤੁਸੀਂ ਸ਼ਾਂਤ ਹੋ ਕੇ ਬੈਠੋਗੇ ਤਾਂ ਕੁਝ ਉਦਾਹਰਨ ਲਈ ਮੈਂ ਤੁਹਾਨੂੰ ਕਹਾਂ, ਜਿਵੇਂ ਤੁਸੀਂ ਸ਼ਾਂਤ ਹੋ ਕੇ ਬੈਠੋਗੇ ਤੁਸੀਂ ਪਾਓਗੇ ਤੁਹਾਡੇ ਸਵਾਸ ਦੀ ਗਤੀ ਬਦਲ ਗਈ। ਉਸੇ ਘੜੀ ਵਿਚਾਰ ਬੰਦ ਹੋਏ, ਸਵਾਸ ਦੀ ਗਤੀ ਬਦਲੀ, ਵਿਚਾਰ ਚਲੇ, ਸਵਾਸ ਦੀ ਗਤੀ ਬਦਲ ਜਾਂਦੀ ਹੈ। ਜਦੋਂ ਤੁਸੀਂ ਸ਼ਾਂਤ ਹੋ ਕੇ ਬੈਠੇ, ਜੇਕਰ ਤੁਸੀਂ ਪਛਾਣ ਲਿਆ ਕਿ ਸਵਾਸ ਦੀ ਗਤੀ ਬਦਲੀ, ਹੁਣ ਕਿਹੋ ਜਿਹੀ ਗਤੀ ਹੈ ਸਵਾਸ ਦੀ, ਜਦ ਵੀ ਤੁਸੀਂ ਸ਼ਾਂਤ ਹੋਣਾ ਚਾਹੋ ਸਵਾਸ ਦੀ ਉਹੀ ਗਤੀ ਕਰ ਲਓ, ਤੁਸੀਂ ਉਸੇ ਘੜੀ ਸ਼ਾਂਤ ਹੋ ਜਾਓਗੇ। ਤੁਹਾਨੂੰ ਭੇਦ ਪਤਾ ਲੱਗ ਜਾਏਗਾ। ਇੱਕ ਕੁੰਜੀ ਤੁਹਾਡੇ ਹੱਥ ਵਿੱਚ ਆ ਜਾਏਗੀ। ਜਦ ਤੁਸੀਂ ਬਿਲਕੁਲ ਸ਼ਾਂਤ ਹੋ ਕੇ ਬੈਠੋ ਤਾਂ ਤੁਸੀਂ ਵੇਖੋ ਕਿ ਤੁਹਾਡੀ ਰੀੜ੍ਹ ਦੀ ਹੱਡੀ ਦੀ ਸਥਿਤੀ ਕੀ ਹੋ ਜਾਂਦੀ ਹੈ। ਜਦ ਤੁਸੀਂ ਸ਼ਾਂਤ ਹੋ ਕੇ ਬੈਠੋ ਤੁਸੀਂ ਪਾਓਗੇ ਕਿ ਰੀੜ੍ਹ ਦੀ ਹੱਡੀ ਆਪਣੇ ਆਪ 90 ਦਾ ਕੋਣ ਜ਼ਮੀਨ 'ਤੇ ਬਣਾ ਲੈਂਦੀ ਹੈ। ਸਵਸਥ ਆਦਮੀ ਹੋਵੇ, ਬੁੱਢਾ ਨਾ ਹੋਵੇ, ਬਿਮਾਰ ਨਾ ਹੋਵੇ, ਜਿਵੇਂ ਹੀ ਸ਼ਾਂਤ ਹੋਇਆ ਆਦਮੀ ਰੀੜ੍ਹ ਦੀ ਹੱਡੀ 90 ਦਾ ਕੋਣ ਬਣਾ ਲੈਂਦੀ ਹੈ। ਤੁਹਾਨੂੰ ਇੱਕ ਕੁੰਜੀ ਹੱਥ ਵਿੱਚ ਮਿਲ ਜਾਏਗੀ। ਜਦ ਵੀ ਤੁਸੀਂ ਸ਼ਾਂਤ ਹੋਣਾ ਚਾਹੋ ਰੀੜ੍ਹ ਦੀ ਹੱਡੀ 90 ਦਾ ਕੋਣ ਜ਼ਮੀਨ 'ਤੇ ਬਣਾ ਦੇਗੀ। ਇਸੇ ਤਰ੍ਹਾਂ ਹੌਲੀ ਹੌਲੀ ਯੋਗੀ ਅਨੁਭਵ ਕਰਦਾ ਹੈ ਕਿ ਅੰਦਰ ਕੀ ਹੋ ਰਿਹਾ। ਜਿਵੇਂ ਤੁਸੀਂ ਸ਼ਾਂਤ ਹੋ ਕੇ ਬੈਠੋਗੇ ਤੁਸੀਂ ਪਾਓਗੇ ਜਿੰਨੇ ਤੁਸੀਂ ਸ਼ਾਂਤ ਹੁੰਦੇ ਹੋ ਤੁਹਾਡੀ ਰੀੜ੍ਹ ਤੋਂ ਕੋਈ ਊਰਜਾ ਉੱਪਰ ਨੂੰ ਉੱਠਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਉਸ ਨੂੰ ਪ੍ਰਤੱਖ ਵੇਖੋਗੇ, ਮਹਿਸੂਸ ਕਰੋਗੇ। ਇੱਕ ਊਸ਼ਣ, ਇੱਕ ਤਾਪ ਤੁਹਾਡੀ ਰੀੜ੍ਹ ਵਿੱਚ ਨੱਠਣ ਲੱਗੇਗਾ। ਬਿਜਲੀ ਦੀਆਂ ਤਰੰਗਾਂ ਤੁਹਾਡੀ ਰੀੜ੍ਹ 'ਚ ਉੱਠਣ ਲੱਗਣਗੀਆਂ, ਜਿਨ੍ਹਾਂ ਨੂੰ ਤੁਸੀਂ ਕਦੇ ਮਹਿਸੂਸ ਨਹੀਂ ਕੀਤਾ। ਜਿਵੇਂ ਜਿਵੇਂ ਉਹ ਤਰੰਗਾਂ ਉੱਪਰ ਜਾਣਗੀਆਂ ਤਿਵੇਂ ਤਿਵੇਂ ਤੁਸੀਂ ਆਨੰਦ ਪਾਓਗੇ। ਜਿਵੇਂ ਜਿਵੇਂ ਉਹ ਤਰੰਗਾਂ ਉੱਪਰ ਉੱਠਣਗੀਆਂ ਤਿਵੇਂ ਤਿਵੇਂ ਤੁਹਾਡਾ ਦੁੱਖ, ਉਦਾਸੀ ਘਟ ਜਾਵੇਗੀ, ਆਨੰਦ ਦਾ ਭਾਵ ਵਧੇਗਾ। ਜਿਵੇਂ ਜਿਵੇਂ ਤਰੰਗਾਂ ਦੀ ਉਚਾਈ ਵਧੇਗੀ ਤਿਵੇਂ ਤਿਵੇਂ ਤੁਸੀਂ ਪਾਓਗੇ ਜੀਵਨ ਦੀ ਤੁਸ਼ਤਾ। ਦੂਰ ਘਾਟੀ 'ਚ ਪੈ ਜਾਂਦੀ ਹੈ ਜੀਵਨ ਦੀ ਤੁਸ਼ਤਾ। ਤੁਸੀਂ ਜਿਵੇਂ ਕਿਸੇ ਪਹਾੜ 'ਤੇ ਤੁਰ ਆਏ ਹੋ, ਉਹ ਧੂਆਂ ਪਿੰਡ ਬਸਤੀਆਂ ਦਾ, ਲੋਕਾਂ ਦੀ ਚਰਚਾ, ਗੱਲਬਾਤ, ਉਹ ਪੱਧਰ ਦਾ ਸਾਰਾ ਕੁਝ ਪਿੱਛੇ ਰਹਿ ਗਿਆ। ਤੁਸੀਂ ਬੜੇ ਦੂਰ ਨਿਕਲ ਆਏ ਹੋ। ਇਸ ਲਈ ਤਾਂ ਅਸੀਂ ਰੀੜ੍ਹ ਨੂੰ ਮੇਰੂ ਦੰਡ ਕਿਹਾ। ਮੇਰੂ ਪਹਾੜ ਦਾ ਨਾਂ ਹੈ ਜਿਹੜਾ ਸਵਰਗ ਵਿੱਚ ਹੈ। ਜਦ ਕੋਈ ਮਨੁੱਖ ਇਸ ਛੋਟੇ ਜਿਹੇ ਮੇਰੂ ਦੰਡ ਦੀ ਆਖਰੀ ਉਚਾਈ 'ਤੇ ਪੁੱਜ ਜਾਂਦਾ ਹੈ ਤਾਂ ਉਹੀ ਉਚਾਈ ਜਿਹੜੀ ਮੇਰੂ ਦੀ ਪਹਾੜ ਦੀ ਸਵਰਗ ਵਿੱਚ ਹੈ, ਉਹ ਉਚਾਈ ਅਤੇ ਇਸ ਉਚਾਈ 'ਚ ਕੋਈ ਫਰਕ ਨਹੀਂ ਹੈ। ਜਿਹੜਾ ਆਖਰੀ ਸਿਖਰ ਹੈ ਜਿੱਥੇ ਹਿੰਦੂ, ਸਿੱਖਾਂ ਚੋਟੀ ਜਾਂ ਬੋਦੀ ਰੱਖਦੇ ਨੇ, ਜਿਹੜਾ 7ਵਾਂ ਦਵਾਰ ਹੈ ਜਿੱਥੋਂ ਊਰਜਾ ਅਨੰਤ ਵਿੱਚ ਮਿਲ ਜਾਂਦੀ ਹੈ। ਜਦ ਤੁਹਾਡੀਆਂ ਤਰੰਗਾਂ ਉੱਥੋਂ ਫੈਲਣ ਲੱਗਣਗੀਆਂ ਬ੍ਰਹਮਚਰਤ ਪ੍ਰਾਪਤ ਹੋ ਜਾਵੇਗਾ। ਜਦ ਤੁਹਾਨੂੰ ਬ੍ਰਹਮਚਰਜ ਲਈ ਕੁਝ ਵੀ ਨਹੀਂ ਕਰਨਾ ਪਵੇਗਾ। ਜਦ ਵੀ ਤੁਹਾਨੂੰ ਵਾਸ਼ਨਾ ਫੜੇ ਤਾਂ ਵਾਸ਼ਨਾ ਨੂੰ ਦਬਾਉਣ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਏਗੀ। ਤੁਸੀਂ ਬਸ ਰੀੜ੍ਹ ਦੀ ਹੱਡੀ ਨੂੰ ਸਿੱਧਾ ਕਰਕੇ ਉਹਨਾਂ ਤਰੰਗਾਂ ਨੂੰ ਉੱਪਰ ਜਾਣ ਦਿਓ ਜਿਹੜੀ ਊਰਜਾ ਵਾਸ਼ਨਾ ਨਾਲ ਵਗਦੀ ਹੈ। ਉਹੀ ਊਰਜਾ ਬ੍ਰਹਮਚਰਜ ਬਣ ਜਾਏਗੀ। ਊਰਜਾ ਤਾਂ ਉਹੀ ਹੈ, ਊਰਜਾ ਉਹੀ ਰਹੇਗੀ। ਪਹਿਲੇ ਦਵਾਰ ਤੋਂ ਨਿਕਲਦੀ ਸੀ ਤਾਂ ਪ੍ਰਤੀਕਿਰਤ ਵਿੱਚ ਚਲੀ ਜਾਂਦੀ ਹੈ, 7ਵੇਂ ਦਵਾਰ ਤੋਂ ਨਿਕਲਦੀ ਹੈ ਤਾਂ ਪਰਮਾਤਮਾ ਤੱਕ ਪੁੱਜ ਜਾਂਦੀ ਹੈ। ਇਸ ਤਰ੍ਹਾਂ ਤਾਂ ਜਿਹੜਾ ਮਨੁੱਖ ਚੁੱਪ ਹੋ ਕੇ ਬੈਠਣ ਦੀ ਕਲਾ ਸਿੱਖ ਲਵੇਗਾ ਉਸ ਨੂੰ ਉਸ ਦਾ ਹੀ ਸਰੀਰ ਹਜ਼ਾਰਾਂ ਹਜ਼ਾਰਾਂ ਅਨੁਭਵ ਦੇਵੇਗਾ। ਆਪਣੇ ਹੀ ਸਰੀਰ ਤੋਂ ਤੁਸੀਂ ਯੋਗ ਸ਼ਾਸਤਰ ਨੂੰ ਜਾਣ ਸਕਦੇ ਹੋ। ਪਤੰਜਲੀ ਨੂੰ ਪੜ੍ਹਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ। ਸੱਚ ਤਾਂ ਇਹ ਹੈ ਪਤੰਜਲੀ ਦੇ ਸ਼ਾਸਤਰ ਬਾਅਦ ਵਿੱਚ ਪੜ੍ਹਨ ਦੀ ਜ਼ਰੂਰਤ ਹੈ, ਕਿਉਂਕਿ ਉਹ ਤੁਹਾਨੂੰ ਭਰੋਸਾ ਦਿਵਾ ਦਿੰਦਾ ਹੈ
कि सब ठीक हो रहा। तुसी जद अपने अंदर प्रयोग करना शुरू कर दिंदे हो तद शास्त्र की वरतों इन्नी है कि तुसी कई बार डरोगे कि पता नहीं की हो रहा, अनजाने च जा रहे हो की होया की नहीं होया। शास्त्र तुहानूं भरोसा दिंदे ने कि तुसी अनजाने च नहीं हो। ਜਿਹੜੇ भी गए हैं इसे राह तो गए हैं, जिन्हों ने भी पाया इसे राह तो पाया है। ਇਹ ਘਟਨਾਵਾਂ ਉਹਨਾਂ ਨਾਲ ਵੀ ਵਾਪਰੀਆਂ ਨੇ, ਅੱਗੇ ਵੀ ਇਹ ਘਟਨਾਵਾਂ ਵਾਪਰਨ ਦੀ ਸੰਭਾਵਨਾ ਹੈ। ਤੁਸੀਂ ਭੈਭੀਤ ਨਾ ਹੋ ਜਾਣਾ, ਭਰੋਸਾ ਰੱਖਣਾ। ਸ਼ਾਸਤਰ ਗਵਾਈਆਂ ਹਨ ਗਿਆਨੀਆਂ ਦੀਆਂ, ਪਰ ਅਸਲੀ ਗਿਆਨ ਸ਼ਾਸਤਰ ਤੋਂ ਨਹੀਂ ਹੁੰਦਾ। ਅਸਲੀ ਗਿਆਨ ਤਾਂ ਆਪਣੇ ਅੰਦਰ ਹੀ ਸ਼ਾਂਤ ਹੋਣ ਤੋਂ ਹੁੰਦਾ ਹੈ। ਇਸ ਲਈ ਨਾਨਕ ਕਹਿੰਦੇ ਨੇ ਸ਼ਾਸਤਰ ਸਮ੍ਰਿਤੀ ਅਤੇ ਵੇਦ ਸਰਵਣ ਨਾਲ ਗਿਆਨ ਹੁੰਦਾ ਹੈ। ਨਾਨਕ ਕਹਿੰਦੇ ਨੇ ਸੁਣਨ ਨਾਲ ਭਗਤ ਜਨ ਸਦਾ ਆਨੰਦ ਮਾਣਦੇ ਨੇ, ਦੁੱਖ ਦਾ ਨਾਸ਼ ਹੁੰਦਾ ਹੈ। ਸੁਣਨ ਨਾਲ ਸਭ ਸੰਤੋਖ ਤੇ ਗਿਆਨ ਪ੍ਰਾਪਤ ਹੁੰਦਾ ਹੈ। ਸੁਣਨ ਨਾਲ ਹੀ ਪੜ੍ਹ ਕੇ ਮਾਣ ਮਿਲਦਾ ਹੈ। ਸੁਣਨ ਨਾਲ ਹੀ ਸਹਿਜ ਧਿਆਨ ਹੁੰਦਾ ਹੈ, ਦੁੱਖ ਅਤੇ ਪਾਪ ਦਾ ਨਾਸ਼ ਹੁੰਦਾ ਹੈ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਰਸਸ ਕਾ ਇਸ਼ਨਾਨ, ਸੁਣਿਆ ਪੜ੍ਹ ਪਾਵੈ ਮਾਨ, ਸੁਣਿਆ लागै सहज ध्यान, नानक भगता सदा विगास, सुनिया दुख पाप का नाश। हिंदुआ ने 800 तीर्थ मन्ने ने, जिन्हां ते इशनान करन नाल परम मुक्ति मिलती है, पर 68 तीर्थ नक्शे उपर दसे गए ने, तीर्थां दे वांग हन। शरीर दे अंदर 68 निशान हैं जिन्हां तो लंघ के पुण्य की प्राप्ति हुंदी ने। हिंदुआ ने बड़ा अनोखा काम किया है, धरती उत्ते किसी भी जाति ने अजिहा अनोखा काम नहीं किया। बाहर तां प्रतीक हैं, उन्हां प्रतीकां विच जद असीं भटक गए हिंदुआ की सारी जीवन चेतना गवाच गई। असीं कहंदे हां कि गंगा जल रमेश्वर लिजा के चढ़ा रहे हैं। अंदर शरीर दे बिंदु है, एक बिंदु तो ऊर्जा नूं लैना है, दूजे बिंदु ते चढ़ाउणा है। एक बिंदु तो ऊर्जा नूं खिंचना है, दूजे बिंदु तक पहुंचाउणा है। जद तीर्थ यात्रा हुई पर असीं हुण पानी ढो रहे हैं, गंगा तो लिया के रमेश्वर तक। असीं पूरी धरती नूं नक्शे दे वांग बना लिया। आदमी दा फैलाओ, आदमी दे अंदर सब कुछ बड़ा बरीक है, उस नूं समझण लई ये प्रतीक सन। इन्हां प्रतीकां नूं असीं सच मन लिया तां असीं भटक गए। प्रतीक कदे सत नहीं हुंदे, सच दे इशारे हुंदे ने। नानक कहंदे हन सुणन नाल सत्य मिलदा है, सच मिलदा है, संतोख मिलदा है, ज्ञान प्राप्त हुंदा है। जेकर तुसीं चुप हो गए तां तुहानूं अंदर दे तीरथ विखाई पैणगे। जेकर तुसीं चुप हो गए तां तुहानूं सोचना नहीं पैंदा कि सच की है, तुहानूं विखाई दिंदा है कि सच की है। जब तक सोचना है तद तक सच होएगा ही नहीं, मत होएगा, धारणा होएगी, कंसैप्ट होएगा, सच नहीं होएगा। सच तां अनुभव है, जदों तुहानूं विखाई दिंदा है तुसीं सोचोगे क्यों। संतोख उपलब्ध हुंदा है क्योंकि जब तक तुसीं विचार नाल चलोगे असंतुष्ट रहोगे, क्योंकि विचार हज़ारां चीज़ां च उलझाउंदा है। ये करो वो करो कर करके तुसीं असंतुष्ट हो, विचार कही जांदा है। नवीआं वासनावां नूं जन्म दिंदा विचार। संतोख तां तद होवेगा जद विचार दा तुसीं साथ छड्ड दिओगे। विचार दी दोस्ती बड़ी बुरी है, उसे दोस्ती ने हुण तक भटकाया है। जेकर कोई कुसंग है जगत विच तां विचार दा, जेकर किसी दा संग साथ छड्डना है तां विचार दा छड्डो। वरतों करो उसकी, संग साथ की कोई जरूरत नहीं। वरतों करो तां बहुत शुभ है, उस दा मन के टुरन लगे तां सब उपद्रव है। विचार शराब दे वांग है, उस दी मन के तुरे तां भटके। तां तुहानूं जीवन विच सोझी कोई नहीं हुंदी। हुण की करिए की ना करिए इस उलझदे हो। मुल्ला नसरुद्दीन एक रात बहुत शराब पी गया,
ਘਰ ਆਉਣ ਦੀ ਹਿੰਮਤ ਨਾ ਰਹੀ। ਜਿਹੜਾ ਵੀ ਬਹੁਤੀ ਪੀ ਲਵੇ ਉਹਦੇ 'ਚ ਘਰ ਆਉਣ ਦੀ ਹਿੰਮਤ ਨਹੀਂ ਹੁੰਦੀ। ਜਵਾਬ ਦੇਣਾ ਪਏਗਾ, ਜਵਾਬ ਕੁਝ ਸੁਝਦਾ ਨਹੀਂ। ਇੱਧਰ ਉੱਧਰ ਭਟਕਦਾ ਰਹਿੰਦਾ ਆਦਮੀ। ਅੱਧੀ ਰਾਤ ਇੱਕ ਸਿਪਾਹੀ ਨੇ ਉਹਨੂੰ ਫੜ ਲਿਆ, ਕਿਹਾ ਤੇ ਕੀ ਕਰ ਰਹੇ ਹੋ, ਜਵਾਬ ਦਿਓ। ਉਹ ਬਿਲਕੁਲ ਚੁੱਪ ਖਲੋਤਾ ਰਿਹਾ। ਉਸ ਸਿਪਾਹੀ ਨੇ ਕਿਹਾ, ਜਵਾਬ ਛੇਤੀ ਦਿਓ। ਮੁੱਲਾ ਨਸਰੂਦੀਨ ਨੇ ਕਿਹਾ, ਜੇਕਰ ਜਵਾਬ ਹੀ ਦੇ ਸਕਦਾ ਹੁੰਦਾ ਤਾਂ ਸ਼ਾਮ ਨੂੰ ਆਪਣੇ ਹੀ ਘਰ ਨਾ ਚਲਾ ਗਿਆ ਹੁੰਦਾ। ਜਵਾਬ ਤਾਂ ਹੈ ਹੀ ਨਹੀਂ। ਵਿਚਾਰ ਇੱਕ ਨਸ਼ਾ ਹੈ, ਵਿਚਾਰ ਦੇ ਕੋਲ ਕੋਈ ਜਵਾਬ ਨਹੀਂ। ਜਵਾਬ ਹੁੰਦਾ ਤਾਂ ਕਦੋਂ ਦੇ ਘਰ ਤੁਰ ਪੈਂਦੇ। ਕਾਹਦੇ ਲਈ ਭਟਕਦੇ ਰਹੇ ਹੋ ਅੱਧੀ ਰਾਤ ਨੂੰ ਰਾਹਾਂ 'ਤੇ? ਕਾਹਦੇ ਲਈ ਭਟਕਦੇ ਹੋ? ਕੋਈ ਜਵਾਬ ਨਹੀਂ। ਆਪਣੇ ਜੀਵਨ ਨੂੰ ਸਮਝਾਉਣ ਦਾ ਕੋਈ ਜਵਾਬ ਨਹੀਂ। ਵਿਚਾਰ ਦੇ ਕੋਲ ਕੋਈ ਜਵਾਬ ਹੈ ਹੀ ਨਹੀਂ। ਨਿਰਵਿਚਾਰ ਦੇ ਕੋਲ ਜਵਾਬ ਹੈ। ਇਸ ਲਈ ਨਾਨਕ ਕਹਿੰਦੇ ਨੇ, ਸੰਤੋਖ ਸੱਚ ਹੈ ਸਰਵਣ ਨਾਲ। ਸੁਣਨ ਨਾਲ ਸਭ ਕੁਝ ਸਹਿਜ ਧਿਆਨ ਪ੍ਰਾਪਤ ਹੁੰਦਾ ਹੈ। ਜੇਕਰ ਤੁਸੀਂ ਸੁਣ ਲਵੋ ਧਿਆਨ ਹੋ ਗਿਆ। ਧਿਆਨ ਤੋਂ ਬਿਨਾਂ ਤੁਸੀਂ ਸੁਣ ਨਹੀਂ ਸਕੋਗੇ। ਧਿਆਨ ਦਾ ਮਤਲਬ ਕੀ ਹੈ? ਜਿੱਥੇ ਮਨ ਨਹੀਂ ਉਹ ਅਵਸਥਾ ਧਿਆਨ ਹੈ। ਜਿੱਥੇ ਵਾਰਤਾਲਾਪ ਨਹੀਂ ਉਹ ਅਵਸਥਾ ਧਿਆਨ ਹੈ। ਅੱਜ ਇੰਨਾ ਹੀ। ਜੇਕਰ ਤੁਹਾਨੂੰ ਓਸ਼ੋ ਦੇ ਪ੍ਰਵਚਨ ਪਸੰਦ ਆ ਰਹੇ ਨੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਜੇਕਰ ਤੁਹਾਨੂੰ ਨਹੀਂ ਪਸੰਦ ਆ ਰਹੇ ਜਾਂ ਮੇਰੇ ਬੋਲਣ ਵਿੱਚ ਕੋਈ ਕਮੀ ਹੈ ਤਾਂ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਸੋ ਅੱਜ ਕੁਛ ਕੁ ਗਲਤੀਆਂ ਰਹਿ ਗਈਆਂ, ਸੋ ਮਾਫੀ ਜੀ। ਧੰਨਵਾਦ ਜੀ। ਕੱਲ੍ਹ ਤੱਕ ਬਾਏ ਬਾਏ।